टीम साहब ने 118 साल रिकॉर्ड तोड़िया ਤੇ ਗੋਲਡ ਮੈਡਲ ਜਿੱਤਿਆ। ਅਸੀਂ ਆਪਣੇ ਬੱਚਿਆਂ ਨੂੰ ਗੇਮਾਂ ਵਾਲੇ ਪਾਸੇ ਕਿਉਂ ਨਹੀਂ ਪਾ ਰਹੇ, ਕ੍ਰਿਕਟ ਵਾਲੇ ਪਾਸੇ? ਕੋਈ ਸਾਡੇ ਖਿਡਾਰੀ ਵੀ ਹੋਰ ਕੰਮ ਕਰੀ ਜਾ ਰਹੇ ਨੇ, ਉਹਨਾਂ ਕੋਲ ਖੇਡੀ ਨਹੀਂ ਜਾ ਰਹੀ। ਅਸੀਂ ਆਪਣੀ ਨਵੀਂ ਨਸਲ ਨੂੰ ਇਸ ਪਾਸੇ ਪਾਉਂਦੇ ਹੀ ਨਹੀਂ। ਜੇ ਇੱਕ ਘਰ 'ਚ 20 ਜਾਣੇ ਤੇ 20 ਕੋਲ ਮੋਬਾਈਲ ਆ, ਉਹ ਇੱਕ ਦੂਜੇ ਦੇ ਵਾਕਫ ਹੀ ਨਹੀਂ ਹੈਗੇ। ਕੱਲ ਜਿਸ ਤਰ੍ਹਾਂ ਉਹਨੇ ਚੈਂਪੀਅਨ ਵਰਲਡ ਚੈਂਪੀਅਨ ਗੋਲਡ ਮੈਡਲ ਉਹਨੇ ਕੱਲ ਲਿੱਤਾ ਜਿਹੜਾ, ਤੇ ਅੱਲਾਹ ਪਾਕ ਉਹਨਾਂ ਨੂੰ ਇੰਜ ਹੀ ਰੱਖੇ ਤੇ ਹੋਰ ਜ਼ਿਆਦਾ ਤਰੱਕੀਆਂ ਦੇਵੇ। ਬੇਸਿਕਲੀ ਅਸੀਂ ਆਪਣੇ ਬੱਚੇ ਦਾ ਆਪ ਬੇੜਾ ਗਰ ਕਰ ਰਹੇ ਹੈਗੇ ਆ, ਉਹਦੀ ਫਿਊਚਰ ਅਸੀਂ ਤਬਾਹ ਕਰ ਰਹੇ ਹਾਂ। ਕੋਈ ਐਕਟੀਵਿਟੀ ਨਹੀਂ ਐਸੀ ਕਿ ਸਪੋਰਟਸ ਨਹੀਂ ਗਈ, ਕੋਈ ਚੀਜ਼ ਨਹੀਂ ਗਈ ਉਹਦੇ ਅੰਦਰ। अस्सलाम वालेकुम दोस्तों, मैं नईम शौकी ਤਾਂ ਤੁਸੀਂ ਵੇਖ ਰਹੇ ਹੋ ਫਨਕਾਰੀਆਂ। ਨੇੜੇ ਹੋਵੋ ਜ਼ਰਾ। ਅੱਜ ਦੀ ਫਨਕਾਰੀ ਇਹ ਵੇ ਕਿ ਅਰਸ਼ਦ ਨਦੀਮ ਸਾਹਿਬ ਨੇ 올림픽ਸ ਦੇ ਵਿੱਚ 118 ਸਾਲਾ ਰਿਕਾਰਡ ਤੋੜ ਕੇ ਸੀਨੇ ਠੰਡ ਪਾਤੀ। ਅੱਛਾ, ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਆਪਣੇ ਬੱਚਿਆਂ ਨੂੰ ਆ ਗੇਮਾਂ ਵਾਲੇ ਪਾਸੇ ਕਿਉਂ ਨਹੀਂ ਲਿਆਉਂਦੇ, ਕ੍ਰਿਕਟ ਵਾਲੇ ਪਾਸੇ। ਅੱਜ ਤੋਂ 20 ਸਾਲ 15 ਸਾਲ ਪਿੱਛੇ ਕ੍ਰਿਕਟ ਸਾਡੀ ਕਿੱਥੇ ਸੀ, ਹਾਕੀ ਕਿੱਥੇ ਸੀ, ਫੁੱਟਬਾਲ ਕਿੱਥੇ ਸੀ? ਅਸੀਂ ਆਪਣੀ ਨਵੀਂ ਨਸਲ ਨੂੰ ਇਸ ਪਾਸੇ ਪਾਉਂਦੇ ਹੀ ਨਹੀਂ। ਜੇ ਇੱਕ ਘਰ 'ਚ 20 ਜਾਣੇ ਤੇ 20 ਕੋਲ ਮੋਬਾਈਲ ਆ, ਉਹ ਇੱਕ ਦੂਜੇ ਦੇ ਵਾਕਫ ਹੀ ਨਹੀਂ ਹੈਗੇ। ਸਾਡੀਆਂ ਜਿਹੜੀਆਂ ਟੀਮਾਂ ਇੰਨੀਆਂ ਸੁਸਤ ਹੋ ਗਈਆਂ। ਕ੍ਰਿਕਟ ਵੇਖ ਲਓ, ਸ਼ਾਟ ਮਾਰ ਕੇ ਖਿਡਾਰੀ ਕਹਿੰਦਾ ਸਕੋਰ ਕੋਈ ਹੋਰ ਲੈ ਲੈ, ਮੈਂ ਥੱਕਿਆ। ਜੇ ਸਾਡੀ ਫੁੱਟਬਾਲ ਦੀ ਟੀਮ ਆ ਤੇ ਉਹਨਾਂ ਦਾ ਦਿਲ ਕਰਦਾ ਅਸੀਂ 6 ਗੋਲ ਜਿਹੜੇ ਆ ਉਹ ਆਪਣੇ ਵਾਲੇ ਪਾਸੇ ਕਰ ਲਈਏ। ਅੱਜ ਅਸੀਂ ਯਾਰਾਂ ਬੇਲੀਆਂ ਨੂੰ ਪੁੱਛਾਂਗੇ ਕਿ ਅਰਸ਼ਦ ਨਦੀਮ ਸਾਹਿਬ ਨੇ ਤਾਂ ਸਾਡੇ ਵਤਨ ਦਾ ਨਾਮ ਉੱਚਾ ਕਰ ਛੱਡਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਕਿਉਂ ਨਹੀਂ ਪਾਉਂਦੇ। ਆਓ ਮੇਰੇ ਨਾਲ। ਪਾਕਿਸਤਾਨ ਆ ਰਿਹਾ 40 ਸਾਲਾ ਰਿਕਾਰਡ ਤੋੜ ਕੇ। ਕੀ ਕਹਿੰਦੇ ਹੋ, ਅਸੀਂ ਆਪਣੇ ਬੱਚਿਆਂ ਨੂੰ ਗੇਮਾਂ ਵਾਲੇ ਪਾਸੇ ਕਿਉਂ ਨਹੀਂ ਪਾਉਂਦੇ, ਕ੍ਰਿਕਟ ਵਾਲੇ ਪਾਸੇ ਜਾਂ ਆਪਣਾ ਹਾਕੀ ਵਾਲੇ ਪਾਸੇ? ਇਹਦੀ ਮੇਨ ਵਜ੍ਹਾ ਹੈਗੀ ਹੈ ਕਿ ਅਸੀਂ ਲੋਕ ਸਿਰਫ ਕ੍ਰਿਕਟ ਨੂੰ ਤਰਜੀਹ ਦੇ ਰਹੇ ਹਾਂ, ਦੂਸਰੀਆਂ ਖੇਲਾਂ ਨੂੰ ਬਿਲਕੁਲ ਤਰਜੀਹ ਨਹੀਂ ਦੇ ਰਹੇ। ਦੂਸਰੇ ਹੈ ਕਿ ਸਾਡੇ ਕੋਲ ਗਰਾਊਂਡਾਂ ਵੀ ਕੋਈ ਨਹੀਂ ਹੈਗੀਆਂ। ਸਹੀ ਕਹਿ ਰਹੇ ਹੋ, ਜਿੰਨੀਆਂ ਗਰਾਊਂਡਾਂ ਨੇ ਸਾਰੀਆਂ ਟੱਟ ਰਹੀਆਂ ਨੇ। ਹਾਂਜੀ ਬਿਲਕੁਲ, ਜਗ੍ਹਾ ਹੀ ਕੋਈ ਨਹੀਂ ਹੈ। ਬੇਸ਼ੱਕ ਜੀ ਬੜੀ ਵੱਡੀ ਗੱਲ ਹੈ, ਸਾਡੇ ਵਾਸਤੇ ਫਖਰ ਵਾਲੀ ਗੱਲ ਹੈ ਕਿ ਪਾਕਿਸਤਾਨ ਨੂੰ ਬੜੀ ਦੇਰ ਬਾਅਦ ਗੋਲਡ ਮੈਡਲ ਮਿਲਿਆ। ਹਾਂ, ਇਹਦੇ ਲਈ ਖੁਸ਼ੀ ਦਾ ਇਜ਼ਹਾਰ ਤੇ ਸਾਡਾ ਬਣਦਾ। ਬਿਲਕੁਲ ਜੀ, ਪੂਰੀ ਕੌਮ ਨੂੰ ਮੁਬਾਰਕਬਾਦ, ਅਰਸ਼ਦ ਨੂੰ ਵੀ ਮੁਬਾਰਕਬਾਦ, ਉਹਨਾਂ ਦੀ ਫੈਮਿਲੀ ਨੂੰ ਮੁਬਾਰਕਬਾਦ। ਟੀਮ ਸਾਹਿਬ ਨੇ 118 ਸਾਲਾ ਰਿਕਾਰਡ ਤੋੜਿਆ ਤੇ ਗੋਲਡ ਮੈਡਲ ਜਿੱਤਿਆ। ਅਸੀਂ ਆਪਣੇ ਬੱਚਿਆਂ ਨੂੰ ਗੇਮਾਂ ਵਾਲੇ ਪਾਸੇ ਕਿਉਂ ਨਹੀਂ ਪਾ ਰਹੇ, ਕ੍ਰਿਕਟ ਵਾਲੇ ਪਾਸੇ? दोनों काम साथ साथ होने चाहिए, क्योंकि देखें ना इंडिया हमसे आगे क्यों है, इसी वजह से है कि वो उनकी जो क्लास है ना उसमें एक सेमेस्टर होता है ज़रूर है खेलों का। हमारे भी कंट्री में ऐसे होना चाहिए कि दोनों चीज़ें होनी चाहिए। बच्चों को इंजॉयमेंट भी होना चाहिए, साथ साथ रिलैक्स हो जाता है बच्चा। जैसे कि हमारे इधर ज़्यादा जो हाई लेवल पे हैं, जो फ़ॉरेन कंट्रियों में जाते हैं, जब छुट्टियाँ होती हैं वो मेंटली तौर पे अपने आप को रिलैक्स देने के लिए जाते हैं। और इसी तरह क्लास में भी यही सिस्टम होना चाहिए कि हर कोई जो है ना एक आध फेस्टिवल होना चाहिए जिसमें, जैसे कि अब हमारे नाम पर क्रिकेटर रहे हैं पहले, वो कैसे कैसे कमाल करते रहे हैं कि अच्छी परफॉर्मेंस देते रहे हैं। क्रिकेट होते आराम ने मुल्क की खातर खेलते रहे। अब रोटी खा के समझ जाते हैं। अब आपको पता है सियासत से शुरू हो गई, अब क्रिकेट नहीं गई, वो पहले वाली नहीं रही। जब से इन्होंने अब्दुल रज़ाक को काफ़ी 1-2 प्लेयर्स बाहर निकाले हैं, तब से हमने छोड़ ही दिया उनको देखना क्रिकेट को। ऐसे देखें ना, अब एक नया लड़का आया, उसने एक मुल्क का नाम कमाया है। अरशद नदीम साहब, यस, हमको चाहिए कि उनको सपोर्ट करनी चाहिए। जैसे क्रिकेटर हमारा कौमी खेल तो हॉकी है, उसका नाम वो पता नहीं है। इस तरह के कामों में उनको खिलाड़ी भी और काम करी जा रहे ने, उनको खेडी नहीं जा रही। बस वो कालियां कालियां लत्तां निकलियां, बंदे दुआ कर लग पैंदे ने कि यार घर पहुंच जाना। सर मेहरबानी, थैंक यू सर। अरशद नदीम साहब ने 118 ਸਾਲਾ ਰਿਕਾਰਡ ਤੋੜਿਆ ਜੀ। ਅਸੀਂ ਆਪਣੇ ਬੱਚਿਆਂ ਨੂੰ ਇਹ ਗੇਮਾਂ 'ਚ ਕਿਉਂ ਨਹੀਂ ਲੈ ਕੇ ਆਉਂਦੇ? ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਇੱਧਰ ਆਏ ਆ, ਲੇਕਿਨ ਉਹ ਹਿਸਾਬ ਨਹੀਂ ਮਿਲਿਆ ਜੋ ਚੀਜ਼ ਸੋਚ ਕੇ ਆਏ ਆ। ਲਤਾ ਬਿਲਕੁਲ ਥੱਕ ਗਈਆਂ ਨੇ। ਸਮਝੋ ਕਿ ਅੰਦਰ ਇੰਨਾ ਮੌਕਾ ਨਹੀਂ ਮਿਲਿਆ ਕਿ ਕਿਤੇ ਬੈਠ ਕੇ ਅੱਛੀ ਜਗ੍ਹਾ ਨਹੀਂ ਮਿਲੀ ਜਿੱਥੇ ਬੈਠ ਕੇ ਖਾਣਾ ਖਾ ਸਕੀਏ। ਇਹ ਉਹ ਤਾਂ ਤੁਹਾਡੀ ਗੱਲ ਸਹੀ ਆ, ਜੋ ਖਾਣਾ ਤੇ ਬੰਦਾ ਖਲੋ ਕੇ ਵੀ ਖਾ ਲੈਂਦਾ, ਸ਼ਾਦੀਆਂ ਤੇ ਵੀ ਬੰਦਾ ਖਲੋ ਕੇ ਖਾਂਦਾ ਵੀਰੇ। ਬਿਲਕੁਲ ਐਸੇ ਹੀ ਆ। ਅਰਸ਼ਦ ਨਦੀਮ ਸਾਹਿਬ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਜਿਨ੍ਹਾਂ ਨੇ ਇੰਨੀ ਦੇਰ ਬਾਅਦ ਜਾ ਕੇ ਰਿਕਾਰਡ ਤੋੜਿਆ? ਕੁਛ ਨਹੀਂ, ਉਹਨਾਂ ਦੇ ਕੱਲ ਜਿਹੜੇ ਫੇਮਸ ਹੋਏ ਨੇ ਨਾ, ਨਹੀਂ ਇਹਨਾਂ ਦਾ ਚੀਜ਼ ਦੇ ਨਹੀਂ ਹੈ ਮੈਨੂੰ। ਸਰ, ਅਰਸ਼ਦ ਨਦੀਮ ਸਾਹਿਬ ਨੇ 118 ਸਾਲਾ ਰਿਕਾਰਡ ਤੋੜਿਆ 올림픽ਸ जी सर। ਤੇ ਆਪਣੇ ਪਿਆਰੇ ਵਤਨ ਦਾ ਨਾਮ ਰੌਸ਼ਨ ਕੀਤਾ। हाँ जी सर, बहुत खुशी हुई है ਤੇ ਅੱਲਾਹ ਪਾਕ ਉਹਨਾਂ ਨੂੰ ਇੰਜ ਹੀ ਰੱਖੇ ਤੇ ਹੋਰ ਜ਼ਿਆਦਾ ਤਰੱਕੀਆਂ ਦੇਵੇ। ਤੇ ਬਹੁਤ ਅੱਛੀ ਓਪਰਚੁਨਿਟੀ ਉਹਨਾਂ ਨੂੰ ਮਿਲੀ ਸੀ, ਲੇਕਿਨ ਉਹਨਾਂ ਨੇ ਵੇਲ ਅੱਛੇ ਤਰੀਕੇ ਨਾਲ ਕੀਤੀ ਹੈ ਤੇ ਉਹਨਾਂ ਦੇ ਮਾਂ-ਬਾਪ ਨੂੰ ਬਹੁਤ ਮੁਬਾਰਕਬਾਦ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਬਹੁਤ ਜ਼ਿਆਦਾ ਮੁਬਾਰਕਬਾਦ ਤੇ ਅੱਲਾਹ ਪਾਕ ਉਹਨਾਂ ਨੂੰ ਇੰਜ ਹੀ ਕਾਮਯਾਬੀਆਂ ਤਾਂ ਇਸੇ ਤਰ੍ਹਾਂ ਰਿਕਾਰਡ ਤੋੜਦੇ ਰਹਿਣ ਜੀ। ਬਹੁਤ ਅੱਛੀ ਗੱਲ ਹੈ ਕਿ ਪਹਿਲੇ ਨੰਬਰ ਤੇ ਆਏ ਨੇ ਤੇ ਉਹਨਾਂ ਦਾ ਨੰਬਰ ਇਸੇ ਤਰ੍ਹਾਂ ਹੀ ਰਵੇ ਇਨਸ਼ਾਅੱਲਾ ਤੇ ਹੋਰ ਜ਼ਿਆਦਾ ਅੱਗੇ ਵਧਦੇ ਜਾਣ। ਆਮੀਨ ਆਮੀਨ ਸਰ, ਥੈਂਕ ਯੂ। ਅਰਸ਼ਦ ਨਦੀਮ ਸਾਹਿਬ ਨੇ 118 ਸਾਲਾ ਰਿਕਾਰਡ ਤੋੜਿਆ 올림픽ਸ 'ਚ ਤੇ ਗੋਲਡ ਮੈਡਲ ਜਿੱਤਿਆ। ਕੀ ਕਹਿੰਦੇ ਹੋ, ਅਸੀਂ ਆਪਣੇ ਬੱਚਿਆਂ ਨੂੰ ਗੇਮਾਂ ਵਾਲੇ ਪਾਸੇ ਕਿਉਂ ਨਹੀਂ ਪਾਉਂਦੇ, ਸਾਰੇ ਮੋਬਾਈਲਾਂ 'ਚ ਲੱਗੇ? ਬਹੁਤ ਫਖਰ ਦੀ ਗੱਲ ਹੈ ਜੀ ਇਹ, ਤੇ ਮਾਸ਼ਾਅੱਲਾ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਐਡਾ ਸਟਰੋਂਗ ਬੰਦਾ ਸਾਡੇ ਮੁਲਕ ਦੇ ਵਿੱਚ ਇੱਕ ਛੁਪਿਆ ਬੈਠਿਆ ਸੀ ਤੇ ਸਾਡੇ ਕੀ ਕਹਿੰਦੇ ਨੇ
ਗਵਰਨਮੈਂਟ ਨੇ ਕਦੀ ਉਹਨਾਂ ਨੂੰ ਐਪਰੀਸ਼ੀਏਟ ਹੀ ਨਹੀਂ ਇੰਨਾ ਕੀਤਾ ਹੈਗਾ, ਤੇ ਹੁਣ ਆ ਕੇ ਮਾਸ਼ਾਅੱਲਾ ਉਹ ਸਾਨੂੰ ਪਤਾ ਚੱਲਿਆ ਕਿ ਕੋਈ ਅਰਸ਼ਦ ਨਦੀਮ ਵੀ ਕੋਈ ਹੈਗਾ ਮਾਸ਼ਾਅੱਲਾ। ਹੀਰੋ ਜੀ ਅਰਸ਼ਦ ਨਦੀਮ। ਹੀਰੋ ਜੀ ਬਿਲਕੁਲ। ਇਹ ਹੁਣ ਦੇਖ ਕੇ ਬੜੀ ਖੁਸ਼ੀ ਹੋਈ ਹੁੰਦੇ ਆ ਕਿ ਕੱਲ ਜਿਸ ਤਰ੍ਹਾਂ ਉਹਨੇ ਚੈਂਪੀਅਨ ਵਰਲਡ ਚੈਂਪੀਅਨ ਗੋਲਡ ਮੈਡਲ ਉਹਨੇ ਕੱਲ ਲਿੱਤਾ ਜਿਹੜਾ, ਤੇ ਬਹੁਤ ਸਾਨੂੰ ਫਖਰ ਮਹਿਸੂਸ ਹੈਗਾ ਆਪਣੇ ਪਾਕਿਸਤਾਨੀ ਹੋਣ ਤੇ ਮਾਸ਼ਾਅੱਲਾ ਇੱਕ ਸਟਰੋਂਗ ਬੰਦਾ ਹੈਗਾ ਸੀ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈਗੀ ਇਸ ਚੀਜ਼ ਦੀ। ਔਰ ਬੜਾ ਮਿਹਨਤੀ ਬੰਦਾ ਨਿਕਲਿਆ, ਨਹੀਂ ਤੇ ਸਾਡੇ ਤੇ ਜਿੰਨੇ ਗੇਮ ਦੇ ਬੰਦੇ ਨੇ ਸਭ ਨੂੰ ਸਾਹ ਚੜ ਜਾਂਦਾ ਹੈ। ਹਾਂ ਉਹੀ ਤੇ ਗਿਆ ਨਾ, ਉਹ ਤੇ ਮਾਸ਼ਾਅੱਲਾ ਦੇਖਿਆ ਬੇਟਾ ਸਟਰੋਂਗ ਦਾ ਮਤਲਬ ਹੈ ਕਿ ਉਹੀ ਦੇਖ ਰਿਹਾ ਸੀ ਕਿ ਉਹਦੇ ਹਾਲਾਂਕਿ ਉਹਨੇ ਬਾਜ਼ੂ ਤੇ ਉਹ ਇੱਕ ਗ੍ਰਿਪ ਜੀ ਵੀ ਕੀਤੀ ਸੀ, ਬਾਅਦ ਚੋਂ ਪੇਨ 'ਚ ਵੀ ਹੈਗਾ ਸੀ, ਲੇਕਿਨ ਮਾਸ਼ਾਅੱਲਾ ਉਹਦੇ ਬਾਵਜੂਦ ਉਹਨੇ ਇੰਨੀ ਅੱਛੀ ਪਰਫਾਰਮੈਂਸ ਕੀਤੀ ਹੈ ਕਿ ਦਿਲ ਦੇਖ ਕੇ ਖੁਸ਼ ਹੋਇਆ ਕਿ ਆਪਣੇ ਬੱਚਿਆਂ ਨੂੰ ਵੀ ਸਾਡੀ ਖੁਆਇਸ਼ ਸੀ ਕਿ ਅੱਲਾਹ ਪਾਕ ਇਹਨਾਂ ਨੂੰ ਵੀ ਇਸ ਤਰ੍ਹਾਂ ਦੀ ਇੱਕ ਸਟਰੋਂਗ ਬੰਦਾ ਬਣਾਏ ਤੇ ਇਸੇ ਤਰ੍ਹਾਂ ਹੀ ਮੁਲਕ ਦਾ ਜਿਹੜਾ ਕੀ ਕਹਿੰਦੇ ਨੇ ਨਾਮ ਰੋਸ਼ਨ ਕਰਨ। ਅੱਛਾ ਸਰ, ਅਸੀਂ ਜਿਹੜੇ ਆਪਣੇ ਬੱਚੇ ਆ ਅਸੀਂ ਇਹਨਾਂ ਦੇ ਹੱਥਾਂ 'ਚ ਮੋਬਾਈਲ ਦਿੱਤੇ ਨੇ, ਨਾ ਅਸੀਂ ਕਿਸੇ ਨੂੰ ਕ੍ਰਿਕਟਰ ਬਣਾਉਣਾ ਚਾਹੁੰਦੇ ਆ, ਨਾ ਕਿਸੇ ਨੂੰ ਆਪਣਾ ਫੁੱਟਬਾਲ ਦਾ ਖਿਡਾਰੀ ਬਣਾਉਣਾ ਚਾਹੁੰਦੇ। ਇਹਦੀ ਕੀ ਵਜ੍ਹਾ? ਇਹਦੀ ਵਜ੍ਹਾ ਇਹੀ ਹੈ ਕਿ ਮੋਬਾਈਲ ਸਭ ਤੋਂ ਵੱਡੀ ਬਿਮਾਰੀ ਸਾਡੇ ਮੁਲਕ ਦੇ ਅੰਦਰ ਵੜ ਗਈ ਹੈ। ਉਹ ਬੱਚਾ ਰੋ ਰਿਹਾ ਹੁੰਦਾ, ਉਹਨੇ ਚੁੱਪ ਹੀ ਨਹੀਂ ਕਰਨਾ ਜਿੰਨੇ ਤੱਕ ਉਹਦੇ ਮੋਬਾਈਲ ਨਹੀਂ ਹੁੰਦਾ, ਲੇਕਿਨ ਬੇਸਿਕਲੀ ਅਸੀਂ ਆਪਣੇ ਬੱਚੇ ਮੈਂ ਤੋਤਾ ਨਹੀਂ ਲੱਗਣਾ, ਉਹਨੇ ਚੁੱਪ ਨਹੀਂ ਕਰਨਾ। ਬੇਸਿਕਲੀ ਅਸੀਂ ਆਪਣੇ ਬੱਚੇ ਦਾ ਆਪ ਬੇੜਾ ਗਰ ਕਰ ਰਹੇ ਹੈਗੇ ਆ, ਉਹਦੀ ਫਿਊਚਰ ਅਸੀਂ ਤਬਾਹ ਕਰ ਰਹੇ ਹਾਂ। ਕੋਈ ਐਕਟੀਵਿਟੀ ਨਹੀਂ ਐਸੀ ਕਿ ਸਪੋਰਟਸ ਨਹੀਂ ਗਈ, ਕੋਈ ਚੀਜ਼ ਨਹੀਂ ਗਈ ਉਹਦੇ ਅੰਦਰ, ਮੋਬਾਈਲ ਤੇ ਹੀ ਉਹ ਸਟਿਲ ਹੋ ਰਿਹਾ ਔਰ ਜ਼ਿਹਨੀ ਮਰੀਜ਼ ਹੋ ਰਿਹਾ, ਘਰ ਵਾਲੇ ਨੂੰ ਵੀ ਕਰ ਰਿਹਾ ਤਾਂ ਖੁਦ ਵੀ ਹੋ ਰਿਹਾ, ਤੇ ਇਸ ਤਰ੍ਹਾਂ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੋਏਗੀ ਉਹਦੇ ਆਉਣ ਵਾਲੇ ਫਿਊਚਰ ਦੇ ਵਿੱਚ, ਬਹੁਤ ਜ਼ਿਆਦਾ ਮਸਲੇ ਮਸਾਇਲ। ਤੁਸੀਂ ਇਹ ਨਹੀਂ ਸਮਝਦੇ ਕਿ ਅਸੀਂ ਆਪਣਾ ਜਿਹੜੀਆਂ ਇਹ ਵਰਕ ਵਾਲੀਆਂ ਚੀਜ਼ਾਂ ਛੱਡ ਕੇ ਤੇ ਬਿਮਾਰੀਆਂ ਵਾਲੇ ਪਾਸੇ ਜਾ ਰਹੇ ਹਾਂ? ਬਿਲਕੁਲ ਐਸੇ ਉਹੀ ਤੇ ਗਿਆ ਨਾ ਕਿ ਮੋਬਾਈਲ ਹੈ ਹੀ ਸਭ ਤੋਂ ਵੱਡੀ ਬਿਮਾਰੀ ਹੈ। ਜਿਸ ਘਰ ਦੇ ਵਿੱਚ ਮੋਬਾਈਲ ਹੈਗਾ ਉਹ ਮਾਂ-ਬਾਪ ਖੁਦ ਵੀ ਪਰੇਸ਼ਾਨ ਹੈ, ਬੱਚਾ ਵੀ ਪਰੇਸ਼ਾਨ ਹੈ। ਬੱਚੇ ਨੂੰ ਆਵਾਜ਼ਾਂ ਮਾਰੀ ਜੋ ਬੱਚਾ ਗੇਮ ਖੇਡਦਾ ਰਹਿੰਦਾ। ਲੇਕਿਨ ਬੇਸਿਕਲੀ ਕਸੂਰ ਤੇ ਮਾਂ-ਬਾਪ ਦਾ ਹੀ ਹੈ ਨਾ, ਜਿਨ੍ਹਾਂ ਨੇ ਉਹਨਾਂ ਨੂੰ ਇਸ ਪਾਸੇ ਲਾ ਛੱਡਿਆ ਹੈਗਾ। ਅੱਛਾ ਜੀ, ਤੇ ਅਰਸ਼ਦ ਨਦੀਮ ਸਾਹਿਬ ਦੇ ਬਾਰੇ ਕੋਈ ਮੈਸੇਜ? ਤੇ ਅਰਸ਼ਦ ਨੇ 8 ਤੋਂ ਵੀ ਕ੍ਰਾਸ ਕਰਕੇ 9 ਨੂੰ ਵੀ ਕ੍ਰਾਸ ਕਰਕੇ ਤੇ ਜਿਹੜਾ ਕੀਤਾ ਨਾ, ਉਹਦੇ ਵੱਲ ਦੇਖ ਕੇ ਸਾਨੂੰ ਹੋਰ ਮਜ਼ੀਦ ਜ਼ਿਆਦਾ ਫਖਰ ਮਹਿਸੂਸ ਹੈ ਪਾਕਿਸਤਾਨੀ ਹੋਣ ਤੇ। 118 ਸਾਲਾ ਰਿਕਾਰਡ ਤੋੜ ਕੇ ਉਹਨਾਂ ਨੇ ਗੋਲਡ ਮੈਡਲ ਜਿੱਤਿਆ ਓਲੰਪਿਕਸ ਜੀ। ਤੇ ਇਹ ਦੱਸੋ ਕਿ ਅਸੀਂ ਆਪਣੇ ਬੱਚਿਆਂ ਨੂੰ ਗੇਮਾਂ ਵਾਲੇ ਪਾਸੇ ਕਿਉਂ ਨਹੀਂ ਲੈ ਕੇ ਆਉਂਦੇ, ਕ੍ਰਿਕਟ ਵਾਲੇ ਪਾਸੇ, ओलंपिक वाले पासे या फुटबॉल वाले पासे? जी बिल्कुल, आपने बहुत अच्छा सवाल किया। देखो हमारे वालिदैन को अगर मतलब औलाद या बच्चे वालिदैन के जाते हैं मैदानों में खेलते हैं और अपना एक मतलब उनका इरादा होता है कि हमने खेल में भी हिस्सा लेना है और इसमें हमने आगे बढ़ना है, तो उनको बाकायदा टाइम वालिदैन को चाहिए कि देना चाहिए और उनकी सपोर्ट भी करनी चाहिए उनकी पूरी, बिल्कुल जो है ना मेयार के मुताबिक। तो इसलिए देखो अल्हम्दुलिल्लाह, अल्लाह का शुक्र जितना करना चाहिए उतना हमें करना, शुक्र करना चाहिए जी, कि अल्लाह ताला ने हमारे मतलब पाकिस्तानी होने के नाते हमें एजाज़ बख्शा है कि अरशद नदीम साहब ने हमें हमारे मतलब ਸਾਡਾ ਪੂਰੀ ਕੌਮ ਦਾ ਸਿਰ ਉੱਚਾ ਕੀਤਾ। जी सिर ऊँचा किया अल्हम्दुलिल्लाह, अल्लाह के फजल से। ਤੇ ਅਰਸ਼ਦ ਨਦੀਮ ਸਾਹਿਬ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? जी मैं उनको बहुत सारी मुबारकबाद कहूँगा और मेरी दिली दुआ है कि अल्लाह पाक उनको मज़ीद जो है इस्तकामत दे, आमीन जी। और बहुत खुशी महसूस हुई है अल्हम्दुलिल्लाह, अल्लाह ताला ने हमें एक पाकिस्तानी होने के नाते मतलब एजाज़ बख्शा है कि हमारे पाकिस्तानी अरशद नदीम साहब ने हमारे सर बुलंद कर दिए हैं अल्हम्दुलिल्लाह। सर अरशद नदीम साहब ने 118 साल रिकॉर्ड तोड़ के गोल्ड मैडल जितया, ठीक है, ओलंपिक्स ਦੇ ਵਿੱਚ। जी जी। ਤੇ ਮੇਰਾ ਇਹ ਸਵਾਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਕਿਉਂ ਨਹੀਂ ਲੈ ਕੇ ਆ ਰਹੇ, ਕ੍ਰਿਕਟ ਵਾਲੇ ਪਾਸੇ, ਫੁੱਟਬਾਲ ਵਾਲੇ ਪਾਸੇ ਜਾਂ ਹਾਕੀ वाले पासे? नहीं माशाल्लाह काफ़ी लोग इस तरफ हैं, अपने बच्चों को कई लोग जिनका शौक़ होता है, कई बच्चे माशाल्लाह प्रैक्टिस करके फिर जिनकी अच्छी कारकर्दगी होती है ऊपर भी आते हैं वो। ਤੇ ਅਰਸ਼ਦ ਨਦੀਮ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? माशाल्लाह गुड ਪੂਰੀ लक, ਕੌਮ ਦਾ ਸਿਰ ਉੱਚਾ ਕੀਤਾ। अल्लाह पाक ऐसे बहुत सारे हमें अरशद नदीम अता फरमाए आमीन। जिन्होंने हमारा सर फ़ख्र से बुलंद किया है, और अल्लाह पाक उन्हें सेहत तंदुरुस्ती दे, लंबी ज़िंदगी दे। ਆਮੀਨ। ਨਹੀਂ ਤੇ ਅਕਸਰ ਜਿਹੜੇ ਬੜੇ ਮਿਲੇ ਨੇ ਜਿਹੜਾ ਸਾਡਾ ਕੰਮ ਖਰਾਬ ਕੀਤਾ ਹੈ चले अल्लाह। ਇਹਨਾਂ ਨੇ ਬੁਲੰਦ ਕੀਤਾ ਹੈ। ਤੇ ਨਾਜ਼ਰੀਨ ਤੁਸੀਂ ਵੇਖਿਆ ਜਿਹੜੇ ਆਪਣੇ ਵਤਨ ਦਾ ਨਾਮ ਉੱਚਾ ਕਰਦੇ ਆ, ਸਰ ਬੁਲੰਦ ਕਰਦੇ ਆ, ਫਿਰ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਹੀ ਜ਼ਰੂਰ ਰਹਿੰਦਾ ਹੈ। ਤੇ ਅਰਸ਼ਦ ਨਦੀਮ ਭਾਈ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕ, ਰੱਬ ਸੋਹਣਾ ਤੁਹਾਨੂੰ ਸਲਾਮਤ ਰੱਖੇ ਔਰ ਤੁਸੀਂ ਖੈਰ ਨਾਲ ਆਪਣੇ ਵਤਨ ਵਾਪਸ ਆਓ। ਔਰ ਵੈਸੇ ਵੀ ਨਾਜ਼ਰੀਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨਾ ਜਗ੍ਹਾ ਦੇ ਉੱਤੇ ਪਾਰਕਾਂ ਖਾਲੀ ਹੋ ਜਾਣ, ਗੇਮਾਂ ਖਤਮ ਹੋ ਜਾਣ, ਉੱਥੇ ਹਸਪੀਟਲ ਭਰ ਜਾਂਦੇ ਨੇ। ਤੇ ਕਿਦਾਂ ਦਾ ਲੱਗਾ ਤੁਹਾਨੂੰ ਸਾਡਾ ਅੱਜ ਦਾ ਫਨਕਾਰੀਆਂ, ਕਮੈਂਟ ਬਾਕਸ 'ਚ ਲਿਖ ਕੇ ਸਾਨੂੰ ਜ਼ਰੂਰ ਦੱਸਿਆ ਕਰੋ। ਤੇ ਜੇ ਚੰਗਾ ਲੱਗਾ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ ਤੇ ਵੇਖਦੇ ਰਹੋ ਫਨਕਾਰੀਆਂ।